ਹੈਲੋ ਡੀਅਰ ਸਟੂਡੈਂਟਸ, ਵੈਲਕਮ ਟੂ ਔਨਲਾਈਨ ਕਲਾਸ। ਅੱਜ ਆਪਾਂ ਕਰ ਰਹੇ ਹਾਂ 7ਵੀਂ ਕਲਾਸ ਦਾ ਪਾਠ 18ਵਾਂ ਸੋਨੇ ਦੀ ਪਾਲਕੀ। ਇਸ ਦੇ ਲੇਖਕ ਹਨ ਰਵਿੰਦਰਨਾਥ ਟੈਗੋਰ। ਸੋਨੇ ਦੀ ਪਾਲਕੀ ਕਹਾਣੀ ਵਿਸ਼ਵ ਕਵੀ ਰਵਿੰਦਰਨਾਥ ਟੈਗੋਰ ਦੀ ਲਿਖੀ ਹੋਈ ਕਹਾਣੀ ਹੈ। ਇਸ ਕਹਾਣੀ ਵਿੱਚ ਕਵੀ ਨੇ ਬਚਪਨ ਵਿੱਚ ਕੀਤੀਆਂ ਕਲਪਨਾਵਾਂ ਬਾਰੇ ਦੱਸਿਆ ਹੈ। ਇਸ ਕਹਾਣੀ ਵਿੱਚ ਕਵੀ ਕਹਿੰਦਾ ਹੈ ਕਿ ਇੱਕ ਬਾਲਕ ਜਿਸ ਦੀ ਉਮਰ 5 ਸਾਲ ਦੀ ਹੈ, ਇਹ ਬਾਲਕ ਬੰਗਾਲ ਦਾ ਰਹਿਣ ਵਾਲਾ ਸੀ। ਪਹਿਲਾਂ ਬਾਲਕ ਰਵੀ ਦੇ ਘਰ ਵਾਲੇ ਬਹੁਤ ਅਮੀਰ ਸਨ, ਪਰ ਜਿਵੇਂ ਸਮਾਂ ਬੀਤਦਾ ਗਿਆ ਦੌਲਤ ਘਟਦੀ ਗਈ। ਪੁਰਾਣੇ ਸਮੇਂ ਦੀਆਂ ਚੀਜ਼ਾਂ ਵਿੱਚ ਪੁਰਾਣੀਆਂ ਪਾਲਕੀ ਸੀ, ਜੋ ਸੀ ਤਾਂ ਪੁਰਾਣੀ ਪਰ ਸੀ ਸ਼ਾਨਦਾਰ। ਇੱਕ ਪਾਲਕੀ ਘਰ ਦੇ ਇੱਕ ਕੋਨੇ ਵਿੱਚ ਪਈ ਹੋਈ ਸੀ। ਰਵੀ ਇਸ ਨੂੰ ਜਾਦੂ ਦੀ ਪਾਲਕੀ ਆਖਦਾ ਸੀ। ਰਵੀ ਇਸ ਵਿੱਚ ਲੇਟ ਕੇ ਵੰਨ ਸੁਵੰਨੇ ਦੀਆਂ ਕਲਪਨਾਵਾਂ ਕਰਦਾ ਰਹਿੰਦਾ ਸੀ। ਉਹ ਬੁੱਢੇ ਹੋਣ 'ਤੇ ਵੀ ਇਸ ਪਾਲਕੀ ਤੋਂ ਮੋਹ ਨਾ ਤੋੜ ਸਕਿਆ। ਘਰ ਵਿੱਚ ਸਿਰਫ ਰਵੀ ਹੀ ਸੀ ਉਸ ਪਾਲਕੀ ਨੂੰ ਪਿਆਰ ਕਰਦਾ। ਛੁੱਟੀ ਸਮੇਂ ਉਹ ਪਾਲਕੀ 'ਤੇ ਪਰਦੇ ਸੁੱਟ ਕੇ ਸਾਰੇ ਦਰਵਾਜ਼ੇ ਬੰਦ ਕਰ ਲਏ ਤੇ ਫਿਰ ਉਸਨੇ ਪਾਲਕੀ ਨੂੰ ਕਿਹਾ ਕਿ ਉਹ ਉਸ ਨੂੰ ਇੱਥੋਂ ਲੈ ਜਾਵੇ ਜਿੱਥੇ ਸ਼ੋਰ ਨਾ ਹੋਵੇ, ਭੀੜ ਨਾ ਹੋਵੇ, ਚਾਰੇ ਪਾਸੇ ਸ਼ਾਂਤੀ ਹੋਵੇ। ਪਾਲਕੀ ਉੱਡਣ ਲੱਗੀ ਤੇ ਉਹ ਇੱਕ ਵੱਡੇ ਸ਼ਹਿਰ ਵਿੱਚ ਨੂੰ ਦੇਖ ਕੇ ਰਵੀ ਨੇ ਪਾਲਕੀ ਤੋਂ ਉਸ ਸੁੰਦਰ ਸ਼ਹਿਰ ਦਾ ਨਾਂ ਪੁੱਛਿਆ ਤਾਂ ਪਾਲਕੀ ਨੇ ਉਸ ਨੂੰ ਇਸ ਸ਼ਹਿਰ ਦਾ ਕੋਈ ਸੋਹਣਾ ਜਿਹਾ ਨਾਂ ਰੱਖਣ ਲਈ ਕਿਹਾ। ਪਾਲਕੀ ਅਚਾਨਕ ਹੇਠਾਂ ਆਉਣ ਲੱਗੀ ਤੇ ਇੱਕ ਖੁੱਲ੍ਹੇ ਮੈਦਾਨ ਵਿੱਚ ਆ ਕੇ ਰੁਕ ਗਈ। ਰਵੀ ਚਾਰੇ ਪਾਸੇ ਦੇਖ ਕੇ ਖੁਸ਼ ਹੋ ਰਿਹਾ ਸੀ। ਅਚਾਨਕ ਰਵੀ ਨੂੰ ਅੰਗਾਰਿਆਂ ਤਰ੍ਹਾਂ ਚਮਕਦੀਆਂ ਅੱਖਾਂ ਨਜ਼ਰ ਆ ਰਹੀਆਂ ਸਨ। ਰਵੀ ਡਰ ਨਾਲ ਚੀਕਣਾ ਚਾਹੁੰਦਾ ਸੀ, ਪਰ ਪਾਲਕੀ ਨੇ ਸ਼ਿਕਾਰੀ ਵਿਸ਼ਵਨਾਥ ਕਾਕਾ ਬਾਰੇ ਕਿਹਾ ਕਿ ਉਹ ਇਸ ਚੀਤੇ ਨੂੰ ਡਰਾ ਕੇ ਭਜਾ ਦੇਵੇਗਾ। ਜਦੋਂ ਰਵੀ ਨੇ ਪਾਲਕੀ ਨੂੰ ਸਮੁੰਦਰਾਂ ਦੀ ਸੈਰ ਕਰਨ ਲਈ ਕਿਹਾ ਤਾਂ ਪਾਲਕੀ ਸਮੁੰਦਰ ਦੀਆਂ ਲਹਿਰਾਂ 'ਤੇ ਆ ਰੁਕੀ, ਪਰ ਸਮੁੰਦਰ ਦਾ ਪਾਣੀ ਬਹੁਤ ਸ਼ੋਰ ਪਾ ਰਿਹਾ ਸੀ ਤੇ ਪਾਲਕੀ ਵਿੱਚ ਵੀ ਪਾਣੀ ਭਰਨ ਲੱਗਾ। ਰਵੀ ਹੌਲੀ ਹੌਲੀ ਪਾਣੀ ਕੱਢ ਰਿਹਾ ਸੀ, ਪਰ ਪਾਣੀ ਖਤਮ ਨਹੀਂ ਸੀ ਹੋ ਰਿਹਾ। ਪਾਲਕੀ ਨੇ ਕਿਹਾ, ਅਬਦੁਲ ਸਾਡੇ ਨਾਲ ਹੈ ਜੋ ਸਾਡੀ ਪਾਲਕੀ ਨੂੰ ਨਹੀਂ ਡੁੱਬਣ ਦਿੰਦਾ। ਰਵੀ ਦੇ ਕਹਿਣ 'ਤੇ ਅਬਦੁਲ ਉਸ ਨੂੰ
ਕਹਾਣੀ ਸੁਣਾਉਂਦਾ ਕਹਿੰਦਾ ਹੈ, ਜਦੋਂ ਉਹ ਆਪਣੀ ਛੋਟੀ ਜਿਹੀ ਕਿਸ਼ਤੀ ਵਿੱਚ ਬੈਠ ਕੇ ਮੱਛੀਆਂ ਫੜਨ ਗਏ ਤਾਂ ਸਮੁੰਦਰ ਵਿੱਚ ਤੂਫਾਨ ਆ ਗਿਆ। ਉਹ ਅਚਾਨਕ ਸਮੁੰਦਰ ਵਿੱਚ ਬੜੇ ਜ਼ੋਰ ਦੇ ਤੂਫਾਨ ਉੱਠੇ ਤੇ ਮੈਂ ਕਿਸ਼ਤੀ ਖਿੱਚਣ ਵਾਲੀ ਰੱਸੀ ਨੂੰ ਦੰਦਾਂ ਨਾਲ ਖਿੱਚਦਾ ਹੋਇਆ ਕੰਢੇ 'ਤੇ ਲੈ ਆਇਆ, ਪਰੰਤੂ ਚੀਤੇ 'ਤੇ ਹਮਲਾ ਕਰ ਦਿੱਤਾ। ਪਰ ਮੈਂ ਚੀਤੇ ਤੋਂ ਨਾ ਡਰ ਕੇ ਉਸ ਦੇ ਗਲ ਵਿੱਚ ਰੱਸੀ ਦਾ ਫੰਦਾ ਪਾ ਦਿੱਤਾ ਅਤੇ ਉਸ ਤੋਂ ਕਿਸ਼ਤੀਆਂ ਖਿਚਵਾਈਆਂ। ਉਹ ਚੀਤਾ ਵੀ ਪਾਣੀ ਵਿੱਚ ਗੋਤਾ ਖਾ ਗਿਆ। ਮੇਰੀ ਕਹਾਣੀ ਉਸ ਨਾਲ ਸਮੁੰਦਰ ਦੇ ਥੱਲੇ ਚਲੀ ਗਈ। ਸਮੁੰਦਰ ਵਿੱਚ ਉੱਠਣ ਵਾਲੀਆਂ ਵੱਡੀਆਂ ਵੱਡੀਆਂ ਲਹਿਰਾਂ ਪਾਲਕੀ ਨੂੰ ਉਛਾਲਣ ਲੱਗੀਆਂ। ਪਾਲਕੀ ਬੁਰੀ ਤਰ੍ਹਾਂ ਡਗਮਗਾਉਣ ਲੱਗੀ ਤੇ ਰਵੀ ਡਰ ਨਾਲ ਚੀਕਾਂ ਮਾਰਨ ਲੱਗਾ। ਅਚਾਨਕ ਉਸ ਦੇ ਕੰਨਾਂ ਵਿੱਚ ਮਾਤਾ ਪਿਤਾ ਦੀ ਆਵਾਜ਼ ਪਈ, ਕੀ ਹੋਇਆ? ਇਸ ਬੰਦ ਪਾਲਕੀ ਵਿੱਚ ਤੂੰ ਕੀ ਕਰ ਰਿਹਾ ਹੈ? ਉਸ ਸਮੇਂ ਤਾਂ ਰਵੀ ਪਾਲਕੀ ਵਿੱਚੋਂ ਬਾਹਰ ਆ ਗਿਆ, ਪਰ ਉਸਨੇ ਜਾਦੂ ਦੀ ਪਾਲਕੀ ਵਿੱਚ ਸੋਣਾ ਅਤੇ ਤਰ੍ਹਾਂ ਤਰ੍ਹਾਂ ਦੀਆਂ ਕਲਪਨਾਵਾਂ ਕਰਨਾ ਨਹੀਂ ਛੱਡਿਆ। ਤਾਂ ਇਸ ਕਥਾ ਦਾ ਬਾਲਕ ਰਵੀ ਵੱਡਾ ਹੋ ਕੇ ਰਵਿੰਦਰਨਾਥ ਟੈਗੋਰ ਦੇ ਨਾਂ ਦੇ ਨਾਲ ਪ੍ਰਸਿੱਧ ਹੋਇਆ। ਇਹ ਸੀ ਪਾਠ ਦਾ ਸਾਰ। ਇਹ ਹਨ ਇਸ ਪਾਠ ਦੇ ਸ਼ਬਦ ਅਰਥ ਅਤੇ ਫਿਰ ਹਨ ਖਾਲੀ ਥਾਵਾਂ। ਪਹਿਲਾ ਖਾਲੀ ਥਾਂ ਹੈ, ਸਭ ਤੋਂ ਪਹਿਲਾਂ ਲਿਖਾਂਗੇ ਬੰਗਾਲ ਵਿੱਚ ਰਵੀ ਨਾਂ ਦਾ 5 ਕੁ ਸਾਲ ਦਾ ਬਾਲਕ ਸੀ। ਉਸ ਦਾ ਰੰਗ ਫਿੱਕਾ ਪੈ ਚੁੱਕਾ ਸੀ। ਰਵੀ ਡਰ ਨਾਲ ਚੀਕਣਾ ਚਾਹੁੰਦਾ ਸੀ। ਪਾਣੀ ਬਹੁਤ ਖੋਰੂ ਪਾ ਰਿਹਾ ਸੀ। ਪਾਲਕੀ ਬੁਰੀ ਤਰ੍ਹਾਂ ਡਗਮਗਾਉਣ ਲੱਗੀ। ਇਹ ਸਨ ਖਾਲੀ ਥਾਵਾਂ। ਹੁਣ ਕਰਦੇ ਹਾਂ ਪ੍ਰਸ਼ਨ ਉੱਤਰ। ਰਵੀ ਕਿਸ ਪ੍ਰਾਂਤ ਦਾ ਵਸਨੀਕ ਸੀ? ਰਵੀ ਬੰਗਾਲ ਦਾ ਵਸਨੀਕ ਸੀ। ਉਹ ਅਮੀਰ ਘਰਾਣੇ ਤੋਂ ਸੀ। ਰਵੀ ਕਿਸ ਚੀਜ਼ ਨੂੰ ਪਿਆਰ ਕਰਦਾ ਸੀ? ਰਵੀ ਇੱਕ ਪੁਰਾਣੀ ਪਾਲਕੀ ਨਾਲ ਬਹੁਤ ਪਿਆਰ ਕਰਦਾ ਸੀ। ਰਵੀ ਕਿਸ ਚੀਜ਼ ਵਿੱਚ ਬਹਿ ਕੇ ਸੈਰ ਕਰਨਾ ਚਾਹੁੰਦਾ ਸੀ? ਰਵੀ ਆਪਣੀ ਪਿਆਰੀ ਪਾਲਕੀ ਵਿੱਚ ਬੈਠ ਕੇ ਵੱਖ ਵੱਖ ਥਾਵਾਂ 'ਤੇ ਸੈਰ ਕਰਨਾ ਚਾਹੁੰਦਾ ਸੀ। ਅੰਗਾਰੇ ਦੀ ਤਰ੍ਹਾਂ ਦਿਖਦੀਆਂ ਦੋ ਅੱਖਾਂ ਕਿਸ ਦੀਆਂ ਸਨ? ਅੰਗਾਰੇ ਦੀ ਤਰ੍ਹਾਂ ਦਿਖਦੀਆਂ ਦੋ ਅੱਖਾਂ ਚੀਤੇ ਦੀਆਂ ਸਨ। ਪਾਲਕੀ ਵਿੱਚ ਸੱਚਮੁੱਚ ਉਡਾਨ ਸੀ ਕਿ ਕਲਪਨਾ ਵਿੱਚ ਸੀ? ਪਾਲਕੀ ਵਿੱਚ ਸੱਚਮੁੱਚ ਨਹੀਂ ਉੱਡੀਆਂ ਸੀ। ਉਹ ਪਾਲਕੀ ਦੇ ਪਰਦੇ ਸੁੱਟ ਕੇ ਅਤੇ ਸਾਰੇ ਦਰਵਾਜ਼ੇ ਬੰਦ ਕਰਕੇ ਕਲਪਨਾਵਾਂ ਕਰਦਾ ਹੋਇਆ ਸੁਪਨੇ ਲੈਂਦਾ ਸੀ। ਰਵੀ ਦੇ ਘਰ ਪੁਰਾਣੀ ਪਾਲਕੀ ਦੀ ਹਾਲਤ ਕਿਹੋ ਜਿਹੀ ਸੀ? ਰਵੀ ਦੇ ਘਰ ਇੱਕ ਪਾਲਕੀ ਫਾਲਤੂ ਪਈ ਹੋਈ ਸੀ। ਉਸ ਦਾ ਰੰਗ ਫਿੱਕਾ ਹੋ ਗਿਆ ਸੀ। ਫਿਰ ਵੀ ਉਹ ਬਹੁਤ ਸ਼ਾਨਦਾਰ ਲੱਗਦੀ ਸੀ। ਰਵੀ ਨੂੰ ਇਹ ਪਾਲਕੀ ਬਹੁਤ ਚੰਗੀ ਲੱਗਦੀ ਸੀ। ਰਵੀ ਦੇ ਘਰ ਤਿਉਹਾਰ ਦੀ ਤਿਆਰੀ ਹੋਣ ਸਮੇਂ ਰਵੀ ਕਿੱਥੇ ਸੀ?
ਜਦੋਂ ਰਵੀ ਦੇ ਘਰ ਤਿਉਹਾਰ ਦੀ ਤਿਆਰੀ ਚੱਲ ਰਹੀ ਸੀ ਤਾਂ ਰਵੀ ਉਸ ਪਾਲਕੀ ਵਿੱਚ ਬੈਠਾ ਜੰਗਲ ਦੀ ਸੈਰ ਕਰਨਾ ਚਾਹੁੰਦਾ ਸੀ, ਜਿੱਥੇ ਚਾਰੇ ਪਾਸੇ ਸ਼ਾਂਤੀ ਹੋਵੇ। ਖੁੱਲ੍ਹੇ ਮੈਦਾਨ ਵਿੱਚ ਜਾ ਕੇ ਪਾਲਕੀ ਬੈਠਾ ਰਵੀ ਕਿਸ ਤੋਂ ਡਰ ਰਿਹਾ ਸੀ? ਖੁੱਲ੍ਹੇ ਮੈਦਾਨ ਵਿੱਚ ਜਾ ਕੇ ਪਾਲਕੀ ਵਿੱਚ ਬੈਠਾ ਰਵੀ ਦੋ ਅੰਗਿਆਰਾਂ ਦੀਆਂ ਅੱਖਾਂ ਦਿਸੀਆਂ, ਜਿਨ੍ਹਾਂ ਨੂੰ ਦੇਖ ਕੇ ਰਵੀ ਡਰ ਗਿਆ। ਇਹ ਚੀਤੇ ਦੀਆਂ ਅੱਖਾਂ ਸਨ। ਰਵੀ ਕਲਪਨਾ ਵਿੱਚ ਕਿੱਥੇ ਕਿੱਥੇ ਸੈਰ ਕਰਕੇ ਆਇਆ। ਰਵੀ ਕਲਪਨਾਵਾਂ ਵਿੱਚ ਇੱਕ ਸੁੰਦਰ ਸ਼ਹਿਰ ਪਹੁੰਚਦਾ ਹੈ। ਰਵੀ ਕਲਪਨਾਵਾਂ ਵਿੱਚ ਇੱਕ ਸੁੰਦਰ ਸ਼ਹਿਰ ਪਹੁੰਚਦਾ ਹੈ। ਉਹ ਪਾਲਕੀ ਤੋਂ ਇਸ ਸ਼ਹਿਰ ਦਾ ਨਾਂ ਪੁੱਛਦਾ ਹੈ। ਫਿਰ ਉਹ ਪਾਲਕੀ ਵਿੱਚ ਖੁੱਲ੍ਹੇ ਮੈਦਾਨ, ਜੰਗਲ, ਸਮੁੰਦਰ ਆਦਿ ਦੀ ਸੈਰ ਕਰਦਾ ਹੈ। ਸਮੁੰਦਰ ਦੀ ਸੈਰ ਕਰਦਿਆਂ ਉਸ ਵਿੱਚ ਪਾਣੀ ਭਰ ਜਾਂਦਾ ਹੈ। ਫਿਰ ਰਵੀ ਨਿੱਕੇ ਨਿੱਕੇ ਹੱਥਾਂ ਨਾਲ ਪਾਣੀ ਕੱਢਣ ਦੀ ਕੋਸ਼ਿਸ਼ ਕਰਦਾ ਹੈ। ਹੇਠ ਲਿਖੇ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਲਿਖੇ ਸ਼ਬਦ ਜੋੜਾਂ ਦੇ ਅੰਤਰ ਨੂੰ ਸਮਝਣਾ ਹੈ ਅਤੇ ਗੁਰਮੁਖੀ 'ਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰਨਾ ਹੈ, ਜਿਵੇਂ ਗੁਰਮੁਖੀ 'ਚ ਲਿਖਿਆ ਹੈ ਅਤੇ ਦੇਵਨਾਗਰੀ 'ਚ। ਗੁਰਮੁਖੀ ਅਤੇ ਦੇਵਨਾਗਰੀ ਦੇ ਜਿਹੜੇ ਅੱਖਰ ਲਿਖੇ ਹੋਏ ਉਹਨਾਂ ਨੂੰ ਵੇਖ ਕੇ ਇਸੇ ਤਰ੍ਹਾਂ ਲਿਖਣਾ ਹੈ। ਹੇਠ ਲਿਖੇ ਇੱਕ ਹੀ ਅਰਥ ਲਈ ਪੰਜਾਬੀ ਅਤੇ ਹਿੰਦੀ ਵਿੱਚ ਭਿੰਨ ਭਿੰਨ ਸ਼ਬਦ ਦਿੱਤੇ ਗਏ ਹਨ। ਇਹਨਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਪੰਜਾਬੀ ਸ਼ਬਦਾਂ ਨੂੰ ਧਿਆਨ ਨਾਲ ਲਿਖਣਾ ਹੈ। ਪੜ੍ਹੋ ਅਤੇ ਲਿਖਣਾ ਹੈ। ਇਹ ਸੀ ਆਪਣਾ 7ਵੀਂ ਕਲਾਸ ਦਾ ਪਾਠ 18ਵਾਂ ਸੋਨੇ ਦੀ ਪਾਲਕੀ, ਜੋ ਪੂਰਾ ਹੁੰਦਾ ਹੈ। ਅਗਲੀ ਵੀਡੀਓ ਦੇ ਵਿੱਚ ਨਵਾਂ ਲੈਸਨ ਕਰਾਂਗੇ। ਓਨੇ ਸਮੇਂ ਦੇ ਵਿੱਚ ਤੁਸੀਂ ਇਹਨੂੰ ਸਮਝਣਾ, ਨੋਟ ਕਰਨਾ, ਸਮੇਂ ਸਿਰ ਚੈੱਕ ਕਰਵਾਉਣਾ। ਧੰਨਵਾਦ।